ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਿਹਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਦੇ ਦਰ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਦਿਆਂ ਇਸ ਪਾਵਨ ਸ਼ਬਦ ਅੰਦਰ ਸੋਝੀ ਦਿੰਦਿਆਂ ਸਮਝਾਉਂਦੇ ਨੇ। ਸਤਿਗੁਰੂ ਆਖਦੇ ਕਿ ਗੁਰੂ ਦੀ ਕਿਰਪਾ ਹੋਈ। ਜਦੋਂ ਮੈਂ ਗੁਰੂ ਦੇ ਚਰਨਾਂ ਨਾਲ ਜੁੜਿਆ, ਗੁਰੂ ਨੇ ਮੇਰੇ ਤੇ ਦਇਆ ਕੀਤੀ, ਗੁਰੂ ਨੇ ਮੇਰੇ ਉੱਪਰ ਬਖਸ਼ਿਸ਼ ਕੀਤੀ ਤੇ ਗੁਰੂ ਦੀ ਕਿਰਪਾ ਨਾਲ ਮੈਨੂੰ ਚੰਗੀ ਕਰਨੀ ਹਾਸਲ ਹੋਈ, ਮੇਰੀ ਕਰਨੀ ਸਬਰ ਗਈ। ਸਤਿਗੁਰੂ ਕਹਿੰਦੇ ਸੁਕਰਣੀ ਕਾਮਣ ਗੁਰਮਿਲ ਹਮ ਪਾਈ। ਗੁਰੂ ਨੂੰ ਮਿਲ ਕੇ, ਗੁਰੂ ਦੇ ਚਰਨਾਂ ਨਾਲ ਜੁੜ ਕੇ ਅਸੀਂ ਸੁਕਰਣੀ ਕਾਮਣ ਹਾਸਲ ਕਰ ਲਈ। ਚੰਗੇ ਕਰਮ ਵਾਲੀ ਕਰਨੀ ਇਹ ਇਸਤਰੀ, ਜਿਹਦੇ ਨਾਲ ਬੰਦੇ ਦੇ ਜੀਵਨ ਦੇ ਵਿੱਚ ਨੇਕੀ ਆ ਜਾਂਦੀ ਹੈ, ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਸੱਚਾਈ ਆ ਜਾਂਦੀ ਹੈ, ਜਿਹਦੇ ਨਾਲ ਸਾਡੇ ਜੀਵਨ ਵਿੱਚ ਸੁੱਖ ਸਮਰਿੱਧੀ ਆ ਜਾਂਦੀ ਹੈ। ਐਸੀ ਕਰਨੀ, ਸਾਡੀ ਕਰਨੀ ਹੀ ਸਾਡੇ ਸੁੱਖਾਂ ਤੇ ਦੁੱਖਾਂ ਦਾ ਕਾਰਨ ਹੈ। ਅਸੀਂ ਜੋ ਕਰਦੇ ਹਾਂ ਉਸ ਦੀ ਵਜ੍ਹਾ ਕਰਕੇ ਹੀ ਸੁਖੀ ਜਾਂ ਦੁਖੀ ਹੁੰਦੇ ਹਾਂ। ਕਿਸੇ ਹੋਰ ਦੀ ਵਜ੍ਹਾ ਕਰਕੇ ਦੁੱਖ ਜਾਂ ਸੁੱਖ ਨਹੀਂ ਮਿਲਦਾ। ਬੰਦਾ ਇਹ ਸੋਚਦਾ ਹੈ ਕਿ ਕਿਸੇ ਦੀ ਵਜ੍ਹਾ ਕਰਕੇ ਮੈਂ ਦੁਖੀ ਹੋ ਰਿਹਾ। ਨਹੀਂ, ਅਸੀਂ ਲੋਕ ਆਪਣੇ ਕਰਮਾਂ ਕਰਕੇ ਦੁਖੀ ਜਾਂ ਸੁਖੀ ਹੁੰਦੇ ਹਾਂ। ਕੋਈ ਦੁੱਖ ਨਹੀਂ ਦੇ ਸਕਦਾ। ਕੋਈ ਭਲਾ ਸਾਨੂੰ ਦੁੱਖ ਕਿਵੇਂ ਦੇ ਸਕਦਾ? ਕੋਈ ਦੁੱਖ ਸਾਨੂੰ ਤਾਂ ਦੇ ਪਾਉਂਦਾ ਜਦੋਂ ਅਸੀਂ ਬਹੁਤ ਸਾਰੀਆਂ ਆਸਾਂ ਉਸ ਬੰਦੇ ਦੇ ਉੱਤੇ ਲਾ ਕੇ ਬੈਠੇ ਹੋਈਏ। ਲੋਕ ਅਕਸਰ ਕਹਿੰਦੇ ਨੇ ਜੀ ਮੈਂ ਆਪਣੇ ਧੀਆਂ ਪੁੱਤਾਂ ਤੋਂ ਦੁਖੀ ਹਾਂ। ਉਹ ਧੀਆਂ ਪੁੱਤਾਂ ਤੋਂ ਕਿਉਂ ਦੁਖੀ ਹੈ? ਧੀਆਂ ਪੁੱਤਾਂ ਨੇ ਕਿਹੜਾ ਉਸ ਨੂੰ ਮਾਰਿਆ ਹੈ ਜਾਂ ਉਸ ਨੂੰ ਬਹੁਤ ਦੁੱਖ ਪਹੁੰਚਾਇਆ ਹੈ? ਨਹੀਂ, ਉਸ ਬੰਦੇ ਨੇ ਧੀਆਂ ਪੁੱਤਾਂ ਤੋਂ ਬਹੁਤ ਆਸਾਂ ਲਾਈਆਂ ਹੋਈਆਂ ਸੀ, ਬੜੀਆਂ ਆਸਾਂ ਲਾ ਕੇ ਬੈਠਾ ਸੀ। ਉਹਨਾਂ ਦੇ ਜੰਮਣ ਤੋਂ ਪਹਿਲਾਂ ਹੀ ਬਹੁਤ ਆਸਾਂ ਲਾ ਕੇ ਬਹਿ ਗਿਆ ਸੀ। ਜਿਵੇਂ ਜਿਵੇਂ ਉਹ ਵੱਡੇ ਹੋਏ, ਉਹ ਆਸਾਂ ਉਮੀਦਾਂ ਤੇ ਪੂਰੇ ਨਹੀਂ ਉਤਰੇ, ਇਸ ਕਰਕੇ ਬੰਦਾ ਦੁਖੀ ਹੋਇਆ। ਇਸ ਲਈ ਆਸ ਵੀ ਆਪਣਾ ਹੀ ਕਰਮ ਹੈ, ਉਹਨਾਂ ਦਾ ਨਹੀਂ। ਆਸ ਉਮੀਦ ਇਹ ਸਾਡਾ ਹੀ ਕਰਮ ਹੈ। ਅਸੀਂ ਹੀ ਸੋਚਿਆ ਕਿ ਇੰਜ ਹੋਵੇ ਤਾਂ ਫਲਾਣਾ ਸੁੱਖ ਮਿਲੇਗਾ,
ਧੀ ਹੋਵੇ ਸੁੱਖ ਮਿਲੇਗਾ, ਪੁੱਤ ਹੋਵੇ ਸੁੱਖ ਮਿਲੇਗਾ, ਪੈਸਾ ਹੋਵੇ ਸੁੱਖ ਮਿਲੇਗਾ। ਅਸੀਂ ਆਸਾਂ ਲਾਈਆਂ। ਇਸ ਲਈ ਜੋ ਵੀ ਸਾਡੇ ਜੀਵਨ ਦੇ ਵਿੱਚ ਕਿਸੇ ਵੀ ਕਿਸਮ ਦਾ ਦੁੱਖ ਹੈ, ਉਹ ਸਾਡੇ ਆਪਣੇ ਕਰਮ ਕਰਕੇ ਹੈ। ਉਹ ਸਾਡੇ ਆਪਣੇ ਕਰਮ ਕਰਕੇ। ਕਿਸੇ ਦੇ ਕਰਮਾਂ ਦਾ ਦੁੱਖ ਸਾਨੂੰ ਨਹੀਂ ਮਿਲਦਾ, ਸਾਨੂੰ ਆਪਣੇ ਕਰਮਾਂ ਦਾ ਦੁੱਖ ਮਿਲਦਾ ਹੈ। ਕਿਸੇ ਦੇ ਕਰਮਾਂ ਦਾ ਸੁੱਖ ਵੀ ਸਾਨੂੰ ਨਹੀਂ ਮਿਲਦਾ। ਗੁਆਂਢੀ ਦੇ ਕਰਮਾਂ ਵਿੱਚ ਸੁੱਖ ਹੈ ਤਾਂ ਉਹਨੂੰ ਸੁੱਖ ਮਿਲ ਰਿਹਾ ਹੈ, ਉਹਦੇ ਕਰਮਾਂ ਦਾ ਸੁੱਖ ਸਾਡੇ ਘਰ ਨਹੀਂ ਆਵੇਗਾ। ਉਹਦੇ ਕਰਮਾਂ ਦਾ ਦੁੱਖ ਉਹ ਸਾਡੇ ਘਰ ਨਹੀਂ ਆਵੇਗਾ। ਇਸ ਲਈ ਹਰ ਬੰਦਾ ਆਪਣੀ ਕਰਨੀ ਕਰਕੇ ਸੁੱਖ ਜਾਂ ਦੁੱਖ ਭੋਗਦਾ ਹੈ। ਤੇ ਸਤਿਗੁਰੂ ਕਹਿੰਦੇ ਜਦੋਂ ਕਰਨੀ ਸਵਰ ਜਾਂਦੀ ਹੈ, ਗੁਰੂ ਕੀ ਕਰਦਾ ਸਾਨੂੰ ਜਦੋਂ ਆਪਣੇ ਚਰਨਾਂ ਨਾਲ ਜੋੜਦਾ? ਅਸੀਂ ਗੁਰੂ ਨਾਲ ਜੁੜ ਕੇ ਕੀ ਹੋ ਜਾਂਦੇ ਹਾਂ? ਅਸੀਂ ਗੁਰੂ ਨਾਲ ਜੁੜ ਕੇ ਗੁਰੂ ਵਰਗੇ ਹੋਣ ਲੱਗ ਜਾਂਦੇ ਹਾਂ। ਗੁਰੂ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਉਹ ਸਾਡੀ ਕਰਨੀ ਸਵਾਰ ਦਿੰਦਾ ਹੈ, ਉਹ ਸਾਡੇ ਕਰਮ ਸਵਾਰ ਦਿੰਦਾ ਹੈ। ਉਹ ਹੋਰ ਕੁਛ ਨਹੀਂ ਕਰਦਾ, ਉਹ ਸਾਡੇ ਕਰਮ ਸਵਾਰ ਦਿੰਦਾ ਹੈ। ਉਹ ਸਾਨੂੰ ਐਸੀ ਜੀਵਨੀ ਬਖਸ਼ ਦਿੰਦਾ ਹੈ ਕਿ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ ਆ ਜਾਂਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਗੁਰ ਮਿਲ, ਗੁਰੂ ਨੂੰ ਮਿਲ ਕੇ ਸੋ ਕਰਨੀ ਕਾਮਣ ਗੁਰ ਮਿਲ ਹਮ ਪਾਈ। ਚੰਗੀ ਕਰਨੀ ਇਹ ਇਸਤਰੀ ਮੈਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਪਾ ਲਈ। ਜਜ ਕਾਜ ਪਰਥਾਏ ਸੁਹਾਈ, ਜਿਹੜੀ ਸਾਰੇ ਜਗਤ ਦੇ ਕਾਰਜਾਂ ਨੂੰ ਸੋਹਣਾ ਬਣਾ ਦਿੰਦੀ ਹੈ। ਜਜ ਕਾਜ, ਸਾਰੇ ਸੰਸਾਰ ਦੇ ਕਾਰਜ। ਪਰਥਾਏ ਸੁਹਾਈ, ਜਿਹਨੇ ਸਾਰੇ ਕਾਰਜ ਸਵਾਰ ਦਿੱਤੇ। ਜਦੋਂ ਸਾਡੀ ਕਰਨੀ ਸਵਰ ਗਈ ਤਦੋਂ ਸਾਡੇ ਕਾਰਜ ਸਵਰ ਗਏ। ਕੰਮ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ, ਉਸ ਕੰਮ ਨੂੰ ਕਰਨ ਦਾ ਢੰਗ ਉਹ ਚੰਗਾ ਜਾਂ ਮਾੜਾ ਹੋ ਸਕਦਾ ਹੈ। ਜਿਵੇਂ ਕੋਈ ਚੀਜ਼ ਹੈ, ਕੋਈ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ, ਉਸ ਚੀਜ਼ ਨੂੰ ਵਰਤਣ ਦਾ ਢੰਗ ਚੰਗਾ ਜਾਂ ਮਾੜਾ ਹੁੰਦਾ ਹੈ। ਜਿਵੇਂ ਇੱਕ ਛੋਟੀ ਜਿਹੀ ਛੁਰੀ ਹੈ, ਹੁਣ ਉਹ ਨਾ ਚੰਗੀ ਹੈ ਨਾ ਮਾੜੀ ਹੈ, ਪਰ ਜਦੋਂ ਉਹ ਕਿਸੇ ਲੁਟੇਰੇ ਦੇ ਹੱਥ ਵਿੱਚ ਆ ਜਾਂਦੀ ਹੈ ਤਾਂ ਉਹ ਉਸ ਦੀ ਵਰਤੋਂ ਕਿਸੇ ਦਾ ਕਤਲ ਕਰਨ ਲਈ ਕਰ ਲੈਂਦਾ ਹੈ, ਕਿਸੇ ਦੀ ਜੇਬ ਕੱਟਣ ਲਈ ਕਰ ਲੈਂਦਾ ਹੈ। ਉਹੀ ਛੁਰੀ ਕਿਸੇ ਡਾਕਟਰ ਦੇ ਹੱਥ ਆ ਜਾਂਦੀ ਹੈ ਤਾਂ ਉਸੇ ਛੁਰੀ ਨਾਲ ਉਹ ਕਿਸੇ ਬੰਦੇ ਦਾ ਇਲਾਜ ਕਰ ਦਿੰਦਾ ਹੈ। ਉਹਦੇ ਸਰੀਰ ਵਿੱਚ ਕੋਈ ਦਿੱਕਤ ਹੈ, ਉਹਦੇ ਸਰੀਰ ਨੂੰ ਕੱਟ ਕੇ ਉਹਦਾ ਪੇਟ ਪਾੜ ਕੇ ਆਪਰੇਸ਼ਨ ਕਰ ਦਿੰਦਾ ਹੈ, ਉਹਨੂੰ ਠੀਕ ਕਰ ਦਿੰਦਾ ਹੈ। ਇਸ ਲਈ ਸਾਡੀ ਕਰਨੀ ਉੱਤੇ ਨਿਰਭਰ ਕਰਦਾ ਹੈ ਕਿ ਚੀਜ਼ਾਂ ਚੰਗੀਆਂ ਹੋਣਗੀਆਂ ਜਾਂ ਮਾੜੀਆਂ। ਉਹਦੇ ਇਸਤੇਮਾਲ ਦਾ ਢੰਗ ਕੀ ਹੈ ਸਾਡਾ? ਬਸ ਆਹੀ ਢੰਗ, ਆਹੀ ਬਿਰਤੀ, ਸੁਰਤੀ, ਇਸੇ ਦੀ ਇਸ ਸ਼ਬਦ ਵਿੱਚ ਅੱਜ ਗੁਰੂ ਸਾਹਿਬ ਚਰਚਾ ਕਰ ਰਹੇ ਨੇ। ਕਰਨੀ ਉੱਤੇ ਜ਼ੋਰ। ਸਤਿਗੁਰੂ ਕਹਿੰਦੇ ਸਾਰੇ ਕਾਰਜ ਸਵਰ ਜਾਣਗੇ। ਸਾਰੀਆਂ ਚੀਜ਼ਾਂ ਜੋ ਵੀ ਅਸੀਂ ਵਰਤਦੇ ਹਾਂ, ਉਹਨਾਂ ਚੀਜ਼ਾਂ ਨੂੰ ਵਰਤਣ ਨਾਲ ਹੀ ਸਭ ਸਵਰ ਜਾਵੇਗਾ। ਇਸ ਸੰਸਾਰ ਅੰਦਰ ਕੋਈ ਵੀ ਚੀਜ਼ ਗਲਤ ਨਹੀਂ ਹੈ। ਜਿਨ੍ਹਾਂ ਨੂੰ ਹੁਣ ਨਸ਼ੇ ਕਿਹਾ ਜਾਂਦਾ ਹੈ, ਇਹ ਨਸ਼ੇ ਵਾਸਤੇ ਤਾਂ ਇਹ ਚੀਜ਼ਾਂ ਬਣੀਆਂ ਹੀ ਨਹੀਂ ਸਨ। ਜਿਹੜੀਆਂ ਦਵਾਈਆਂ ਹੁਣ ਬੈਨ ਹੋ ਗਈਆਂ, ਬੰਦ ਹੋ ਗਈਆਂ, ਉਹ ਦਵਾਈਆਂ ਲੋਕਾਂ ਦੇ ਨਸ਼ਾ ਕਰਨ ਲਈ ਥੋੜੀ ਨਾ ਬਣਾਈਆਂ ਗਈਆਂ ਸੀ।
ਉਹ ਦਵਾਈਆਂ ਤਾਂ ਬੰਦੇ ਦੇ ਸਰੀਰ ਨੂੰ ਠੀਕ ਕਰਨ ਲਈ ਬਣਾਈਆਂ ਗਈਆਂ ਸਨ, ਪਰ ਲੋਕਾਂ ਨੇ ਉਹਨਾਂ ਦਵਾਈਆਂ ਦਾ ਇਸਤੇਮਾਲ ਨਸ਼ੇ ਦੇ ਤੌਰ ਤੇ ਕਰਨਾ ਸ਼ੁਰੂ ਕਰ ਦਿੱਤਾ। ਉਹਦੀ ਗਲਤ ਵਰਤੋਂ ਹੋਣ ਲੱਗ ਪਈ ਤੇ ਉਹਨਾਂ ਨੂੰ ਬੰਦ ਕਰਨਾ ਪਿਆ, ਉਹਨਾਂ ਨੂੰ ਬੈਨ ਕਰਨਾ ਪਿਆ। ਇਸ ਲਈ ਚੀਜ਼ ਕੋਈ ਵੀ ਗਲਤ ਨਹੀਂ ਹੁੰਦੀ, ਉਹਦੀ ਵਰਤੋਂ ਗਲਤ ਹੋ ਜਾਂਦੀ ਹੈ। ਕੋਈ ਚੀਜ਼ ਮਾੜੀ ਨਹੀਂ, ਇੱਥੇ ਬੰਦੇ ਦੀ ਬਿਰਤੀ ਮਾੜੀ ਹੈ, ਇਹੀ ਉਹਨਾਂ ਚੀਜ਼ਾਂ ਨੂੰ ਗਲਤ ਵਰਤਦੀ ਹੈ। ਸਤਿਗੁਰੂ ਕਹਿੰਦੇ ਜਦੋਂ ਸੁਕਰਨੀ ਮਿਲ ਜਾਂਦੀ, ਜਦੋਂ ਚੰਗੀ ਕਰਨੀ ਹੁੰਦੀ ਹੈ, ਚੰਗੀ ਮੱਤ, ਤਦੋਂ ਬੰਦਾ ਗਲਤ ਚੀਜ਼ ਵਿੱਚੋਂ ਵੀ ਸਹੀ ਨੂੰ ਲੱਭ ਲੈਂਦਾ ਹੈ। ਤਦੋਂ ਗਲਤ ਵਿੱਚੋਂ ਵੀ ਸਹੀ ਮਿਲ ਜਾਂਦਾ ਹੈ। ਜਦੋਂ ਬੰਦੇ ਦੀ ਸੋਚ ਚੰਗੀ ਹੈ ਤਾਂ ਉਹ ਮਾੜੀ ਚੀਜ਼ ਵਿੱਚੋਂ ਵੀ ਸਹੀ ਲੱਭ ਲੈਂਦਾ, ਉਹ ਜ਼ਹਿਰ ਵਿੱਚੋਂ ਵੀ ਅੰਮ੍ਰਿਤ ਪੈਦਾ ਕਰ ਲੈਂਦਾ। ਜ਼ਹਿਰ ਮੌਤ ਦਿੰਦੀ ਹੈ। ਸੱਪ ਦੀ ਜ਼ਹਿਰ, ਜਿਹੜਾ ਕੋਬਰਾ ਸੱਪ ਹੈ, ਉਹਦੀ ਜ਼ਹਿਰ, ਹੋਰ ਜਿੰਨੇ ਵਾਈਪਰ ਸਨੇਕ ਹੈ, ਉਹਨਾਂ ਦੀ ਜ਼ਹਿਰ ਦੀ ਇੱਕ ਬੂੰਦ ਕਈ ਬੰਦਿਆਂ ਨੂੰ ਮਾਰ ਸਕਦੀ, ਪਰ ਲੱਭਣ ਵਾਲੇ ਸੱਪ ਦੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦਿੰਦੇ ਨੇ, ਅੰਮ੍ਰਿਤ ਲੱਭ ਲੈਂਦੇ ਨੇ ਸੱਪ ਦੀ ਜ਼ਹਿਰ ਵਿੱਚੋਂ। ਸੱਪ ਦੀ ਜ਼ਹਿਰ ਨੂੰ ਸੋਧ ਲਿਆ ਜਾਂਦਾ ਹੈ, ਉਹਨੂੰ ਸਵਾਰ ਲਿਆ ਜਾਂਦਾ ਹੈ, ਉਸ ਜ਼ਹਿਰ ਨੂੰ ਦਵਾਈਆਂ ਦੇ ਵਿੱਚ ਵਰਤ ਲਿਆ ਜਾਂਦਾ ਹੈ, ਤੇ ਉਹ ਜਿਹੜਾ ਜ਼ਹਿਰ ਕਿਸੇ ਦੀ ਜ਼ਿੰਦਗੀ ਲੈ ਸਕਦਾ ਸੀ, ਮੌਤ ਦੇ ਸਕਦਾ ਸੀ, ਉਹੀ ਜ਼ਹਿਰ ਹੁਣ ਜੀਵਨ ਦੇਣ ਵਾਲਾ ਹੋ ਜਾਂਦਾ ਹੈ। ਪਾਰਾ, ਪਾਰੇ ਨੂੰ ਕਦੇ ਖਾਧਾ ਨਹੀਂ ਜਾ ਸਕਦਾ। ਜੇ ਕੋਈ ਬੰਦਾ ਪਾਰੇ ਨੂੰ ਨਿਗਲ ਲਵੇ ਤਾਂ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ, ਪਰ ਪਾਰੇ ਨੂੰ ਸਾਧ ਲਿਆ ਜਾਂਦਾ ਹੈ, ਪਾਰੇ ਨੂੰ ਭਸਮ ਵਿੱਚ ਬਦਲ ਲਿਆ ਜਾਂਦਾ ਹੈ। ਦੇਸੀ ਦਵਾਈਆਂ ਜਿਹੜੀਆਂ ਨੇ ਆਯੁਰਵੈਦ ਵਿੱਚ, ਪਾਰੇ ਦੀ ਵਰਤੋਂ ਕਰ ਲਈ ਜਾਂਦੀ ਹੈ। ਉਸ ਪਾਰੇ ਨੂੰ ਲੋਕ ਖਾ ਲੈਂਦੇ ਨੇ ਆਸਾਨੀ ਨਾਲ, ਤੇ ਉਹ ਪਾਰਾ ਜਿਹੜਾ ਮੌਤ ਦਿੰਦਾ ਉਹ ਵੀ ਜੀਵਨ ਦੇਣ ਵਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਇਸ ਲਈ ਜੇ ਬੰਦੇ ਦੀ ਕਰਨੀ ਚੰਗੀ ਹੈ, ਜੇ ਉਹਦੀ ਬਿਰਤੀ ਸਹੀ ਹੈ, ਤਾਂ ਉਹ ਗਲਤ ਵਿੱਚੋਂ ਵੀ ਸਹੀ ਨੂੰ ਲੱਭ ਲਵੇਗਾ। ਉਹ ਮਾੜੇ ਬੰਦੇ ਵਿੱਚੋਂ ਵੀ ਗੁਣਾਂ ਨੂੰ ਦੇਖ ਲਵੇਗਾ, ਚੰਗਿਆਈ ਵੇਖ ਲਵੇਗਾ। ਇਸ ਲਈ ਇਹ ਧਿਆਨ ਰੱਖਣਾ ਹਮੇਸ਼ਾ ਹੀ, ਕੋਈ ਵੀ ਬੰਦਾ ਤੁਹਾਨੂੰ ਮਿਲੇ, ਉਹਦੇ ਸੰਬੰਧ ਵਿੱਚ ਤੁਹਾਨੂੰ ਲੋਕ ਕਹਿਣ ਕਿ ਇਹ ਬੰਦਾ ਬਹੁਤ ਮਾੜਾ ਹੈ, ਤੁਹਾਡਾ ਕੋਈ ਆਪਣਾ ਭੈਣ ਭਾਈ ਕਵੇ ਕਿ ਇਹ ਬੰਦਾ ਚੰਗਾ ਨਹੀਂ ਹੈ, ਤੁਹਾਡਾ ਕੋਈ ਬਹੁਤ ਆਪਣਾ ਪਿਆਰਾ ਮਿੱਤਰ ਕਹੇ ਕਿ ਇਹ ਬੰਦਾ ਚੰਗਾ ਨਹੀਂ ਹੈ, ਭੈੜਾ ਹੈ, ਤਾਂ ਵੀ ਤੁਸੀਂ ਉਸ ਬੰਦੇ ਦੇ ਅੰਦਰੋਂ ਗੁਣ ਦੇਖਣਾ, ਉਹਦੇ ਔਗਣ ਨਹੀਂ। ਕਿਉਂਕਿ ਹਰ ਬੰਦੇ ਦੇ ਅੰਦਰ ਚੰਗਿਆਈ ਹੁੰਦੀ ਹੈ। ਇਸ ਗੱਲ ਨੂੰ ਸਮਝਿਓ ਤੇ ਅੱਜ ਹੀ ਇਸ ਨੂੰ ਹੁਣ ਤੋਂ ਹੀ ਦੇਖਣਾ ਸ਼ੁਰੂ ਕਰਿਓ। ਕਦੇ ਵੀ ਕੋਈ ਬੰਦਾ ਪੂਰੀ ਤਰ੍ਹਾਂ ਗਲਤ ਨਹੀਂ ਹੁੰਦਾ ਤੇ ਕਦੇ ਵੀ ਕੋਈ ਬੰਦਾ ਪੂਰੀ ਤਰ੍ਹਾਂ ਸਹੀ ਨਹੀਂ ਹੁੰਦਾ। ਹੁਣ ਤੁਸੀਂ ਉਹਨਾਂ ਬੰਦਿਆਂ ਨੂੰ ਦੇਖਿਓ ਜਿਨ੍ਹਾਂ ਨਾਲ ਤੁਹਾਡਾ ਕਦੇ ਕਿਸੇ ਗੱਲ ਤੋਂ ਝਗੜਾ ਹੋਇਆ, ਜਾਂ ਜਿਨ੍ਹਾਂ ਦੇ ਨਾਲ ਤੁਹਾਡੀ ਵਿਚਾਰ ਨਹੀਂ ਰਲਦੀ। ਹੁਣ ਉਹਨਾਂ ਬਾਰੇ ਦੇਖੋ, ਉਹਨਾਂ ਦਾ ਪੱਖ ਦੇਖੋ। ਉਹ ਵੀ ਕਿਸੇ ਨਾ ਕਿਸੇ ਗੱਲ ਦੇ ਉੱਤੇ ਸਹੀ ਹੋਣਗੇ, ਤੁਸੀਂ ਵੀ ਕਿਸੇ ਨਾ ਕਿਸੇ ਗੱਲ ਤੇ ਸਹੀ ਹੋਵੋਗੇ। ਪੂਰੀ ਤਰ੍ਹਾਂ ਕਦੇ ਕੋਈ ਬੰਦਾ ਗਲਤ ਨਹੀਂ ਹੁੰਦਾ। ਆਪਾਂ ਕਹਿੰਦੇ ਇਹ ਬੰਦਾ ਪੂਰਾ ਗਲਤ ਹੈ, ਪੂਰਾ ਗਲਤ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਜੇ ਤੁਸੀਂ ਗਲਤੀ ਵਿੱਚ ਪੂਰੇ ਹੋ ਗਏ ਤੁਸੀਂ ਤਾਂ ਵੀ ਰੱਬ ਹੋ ਗਏ, ਕਿਉਂਕਿ ਪੂਰਾ ਤਾਂ ਸਿਰਫ ਰੱਬ ਹੈ। ਜੇ ਤੁਸੀਂ ਸਹੀ ਵਿੱਚ ਕਿ ਮੈਂ ਪੂਰੀ ਤਰ੍ਹਾਂ ਠੀਕ ਹਾਂ ਤਾਂ ਤੁਸੀਂ ਤਾਂ ਵੀ ਰੱਬ ਹੋ ਗਏ।
क्योंकि ठीक तो सिर्फ रब ही हुंदा। कोई बंदा ना कदे पूरी तरह गलत हुंदा ना कदे कोई पूरी तरह सही हुंदा। इसलिए जदों तुसीं इस ढंग नाल देखण लग जांदे हो दुनिया नूं, लोकां नूं, अपणिआं नूं, अपने प्यारिआं नूं, अपने मित्रां सज्जणां रिश्तेदारां भैणां भाईआं नूं, जिन्हां गल्लां ते झगड़ा होया भैण नाल, भाई नाल, पत्नी नाल, पति नाल, मां नाल, बाप नाल, बच्चिआं नाल, जरा उन्हां दा पक्ष भी देखना कि वो भी सही हो सकदा है किसी गल उत्ते, मैं भी किसी गल उत्ते सही हो सकदा वां। वो किसी गल तो नाराज होया तो वो सही गल तो होया होवेगा, उस गल नूं विचारना। जदों इस ढंग नाल तुसीं देखोगे तां कलेश मिटेगा, तुहाडी सोच दा दायरा वधेगा, तुहाडी समझ दा दायरा वधेगा, तुहाडे रिश्तिਆਂ ਦੇ ਵਿੱਚ खटास नहीं आवेगी, रिश्तिਆਂ ਵਿੱਚ मिठास पैदा होवेगी। इसलिए सतगुरु कहंदे चंगी करनी मैं ये वाली गुरु कोलों पाई, सुकरनी कामण गुरमिल हम पाई, जज काज परथाए सुहाई, कि जिन्हें नाल सारे कारज संसार दे सबर जाते हैं। निज भगती सीलवंती नार, भगती भगती नूं इत्थे सतगुरु जी ने पत्नी कहा। नार, नार मतलब इस्त्री, पत्नी। सतगुरु कहंदे अंदर दी भगती, आत्म दी भगती, ये है नार। ये भगती निज दी मैं भगती जिहड़ी करनी कीती ना, आरंभ कीती है, ये मैनू नार गुरु ने बख्शी। निज भगती सीलवंती नार, निज दी भगती, आत्म दी भगती, बाहरली दिखावे दी नहीं, ये मैनू गुरु ने बख्श दिती। ये सुंदर नार, भगती वर्गी सुंदर इस्त्री होर कोई भी नहीं। सतगुरु कहते बहुत सुंदर है, बड़ी सीलवंत है, इहदे वर्गी सुशील होर कोई भी नहीं, भगती जैसी। रूप अनूप पूरी आचार, ये भगती रूप विच बड़ी अनुपम, इहदे वर्गी सुंदर होर कोई नहीं। तुसीं भगती वाले पासे लग के तां देखो, तुसीं उसनूं सिमरन वाले पासे लग के तां वेखो जरा, इहदे वर्गा सुंदर तुहानूं होर कुछ नज़र नहीं आवेगा। सतगुरु कहंदे भगती रूपी नार मैनू बख्श दिती गुरु ने, मैं उहदा पति हो गया, वो मेरी इस्त्री हो गई भगती। रूप अनूप पूरी आचार, वो आचरण विच पूरी, उहदा आचरण बहुत उच्चा है। भगती दा आचरण बड़ा उच्चा है, जिहड़ा भगती विच लगदा है उहदा आचरण भी उच्चा हो जाता है। जित गृह वसै सो गृह शोभावंता, जिस घर दे विच भगती वसदी है, सतगुरु कहंदे वो घर शोभावंत हो जाता है। जिस बंदे दे अंदर, जिस मनुख दे अंदर, चाहे वो इस्त्री होवे चाहे वो पुरुष होवे, जिस मनुख दे अंदर भगती वसदी है, सतगुरु कहंदे उस मनुख दी शोभा हुंदी है, उहदा घर सुखी वसदा है। आपां कहंदे आ ना कि जिहदे घर दे विच चंगी नूंह आ जाए वो घर सुखी वसदा है, उस घर दे विच बहुत सुख हुंदा है। बस ऐसा ही जानो, जिहदे घर दे विच भगती आ गई, सतगुरु कहंदे वो घर बहुत सुखी वसदा है, ਉਹਦੀ शोभा हुंदी है। लोग भी ਉਹਦੀਆਂ सिफतां करते हैं कि भाई गुआंढियां दी नूंह बड़ी चंगी है, हर आए गए नूं बुलाउंदी है, हर एक दा सत्कार करदी है, बड़ा प्यार नाल बोलदी है, लोग ਉਹਦੀਆਂ सिफतां करते हैं। जदों भगती साडे हिरदे विच आ जांदी है तां सतगुरु कहंदे शोभा हुंदी है कि वो बंदा बड़ा भगत है वाहिगुरू दा, वो गुरसिख है,
ਉਹ ਕਿਸੇ ਨਾਲ ਮਾੜਾ ਨਹੀਂ ਕਰਦਾ, ਉਹ ਮਿੱਠ ਬੋਲੜਾ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਸੋਭਾ ਹੁੰਦੀ। ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ। ਜਿਸ ਘਰ ਵਿੱਚ ਭਗਤੀ ਵਸਦੀ ਹੈ ਉਹ ਘਰ ਸੋਭਾਵੰਤ ਹੈ। ਪਰ ਇਸ ਭਗਤੀ ਨੂੰ ਕਿਸੇ ਵਿਰਲੇ ਨੇ ਪਾਇਆ, ਗੁਰਮੁਖ ਪਾਈ ਕਿਨੇ ਵਿਰਲੇ ਜਨਤਾ। ਸਤਿਗੁਰੂ ਕਹਿੰਦੇ ਕਿਸੇ ਵਿਰਲੇ ਨੇ ਪ੍ਰਾਪਤ ਕੀਤੀ ਭਗਤੀ, ਕਿਸੇ ਵਿਰਲੇ ਨੇ, ਸਭ ਨੂੰ ਨਹੀਂ ਮਿਲਦੀ, ਸਭ ਦੇ ਭਾਗਾਂ ਵਿੱਚ ਨਹੀਂ ਆਉਂਦੀ। ਆ ਸਕਦੀ ਹੈ, ਐਸਾ ਨਹੀਂ ਆ ਸਕਦੀ, ਆ ਸਕਦੀ ਹੈ, ਪਰ ਸਾਨੂੰ ਉਹੀ ਚੀਜ਼ ਮਿਲਦੀ ਹੈ ਜਿਸ ਚੀਜ਼ ਦੀ ਸਾਨੂੰ ਚਾਹਤ ਹੋਵੇ। ਸਾਨੂੰ ਪੈਸਾ ਮਿਲ ਗਿਆ, ਕਿਉਂ? ਕਿਉਂਕਿ ਸਾਨੂੰ ਪੈਸੇ ਦੀ ਚਾਹਤ ਸੀ। ਸਾਨੂੰ ਰੁਤਬਾ ਮਿਲ ਗਿਆ, ਅਹੁਦਾ ਮਿਲ ਗਿਆ, ਕਿਉਂਕਿ ਉਹਦੀ ਚਾਹਤ ਸੀ। ਭਗਤੀ ਦੀ ਤਾਂ ਚਾਹਤ ਹੀ ਨਹੀਂ ਪੈਦਾ ਹੋਈ ਸਾਡੇ ਮਨ ਅੰਦਰ। ਇਸ ਲਈ ਜਿਸ ਚੀਜ਼ ਦੀ ਚਾਹਤ ਨਾ ਪੈਦਾ ਹੋਈ ਹੋਵੇ ਉਹ ਚੀਜ਼ ਹਾਸਲ ਕਿਵੇਂ ਹੋ ਸਕਦੀ? ਉਹ ਚੀਜ਼ ਕਿਵੇਂ ਮਿਲ ਸਕਦੀ? ਉਹ ਚੀਜ਼ ਮਿਲਦੀ ਨਹੀਂ, ਉਹ ਚੀਜ਼ ਪ੍ਰਾਪਤ ਨਹੀਂ ਹੁੰਦੀ। ਇਸ ਲਈ ਸਤਿਗੁਰੂ ਕਹਿੰਦੇ ਨੇ, ਸਤਿਗੁਰੂ ਕਹਿੰਦੇ ਜਿਸ ਨੇ ਗੁਰੂ ਦੇ ਚਰਨਾਂ ਨਾਲ ਸਾਂਝ ਪਾਈ, ਜਿਹੜਾ ਗੁਰੂ ਨਾਲ ਜੁੜਿਆ, ਗੁਰੂ ਦੇ ਦਰੋਂ ਉਹਨੂੰ ਭਗਤੀ ਰੂਪੀ ਨਾਰ ਮਿਲ ਗਈ, ਉਹਨੂੰ ਭਗਤੀ ਮਿਲ ਗਈ। ਗੁਰਮੁਖ ਪਾਈ ਕਿਨੇ ਵਿਰਲੇ ਜਨਤਾ। ਇਸ ਲਈ ਜਿਸ ਵਿਰਲੇ ਜੰਤ ਦਾ ਇੱਥੇ ਜ਼ਿਕਰ ਹੈ ਉਹ ਤੁਹਾਡੇ ਵਿੱਚੋਂ, ਸਾਡੇ ਵਿੱਚੋਂ ਕੋਈ ਵੀ ਹੋ ਸਕਦਾ ਹੈ। ਅਸੀਂ ਲੋਕ ਬੜੇ ਚਲਾਕ ਹਾਂ। ਅਸੀਂ ਇਹ ਕਹਿ ਕੇ ਪਿੱਛੇ ਹਟ ਜਾਂਦੇ ਹਾਂ ਜੀ ਇਹ ਤਾਂ ਕਿਸੇ ਵਿਰਲੇ ਦੇ ਭਾਗਾਂ ਵਿੱਚ ਆਉਣੀ, ਸਾਡੇ ਥੋੜੀ। ਅਸੀਂ ਇਹ ਕਹਿ ਕੇ ਪਿਛਾਂਹ ਹਟ ਜਾਂਦੇ ਹਾਂ। ਪਰ ਮਾਇਆ ਦੇ ਸੰਬੰਧ ਵਿੱਚ, ਚੀਜ਼ਾਂ ਦੇ ਸੰਬੰਧ ਵਿੱਚ ਨਹੀਂ ਅਸੀਂ ਕਦੇ ਕਹਿੰਦੇ ਕਿ ਇਹ ਤਾਂ ਜੀ ਕਿਸੇ ਵਿਰਲੇ ਨੂੰ ਮਿਲਦੀਆਂ, ਸਾਨੂੰ ਥੋੜੀ ਮਿਲਣੀਆਂ। ਕਿ ਬੰਦਾ ਮਿਹਨਤ ਕਰਨਾ ਬੰਦ ਕਰ ਦਿੰਦਾ ਹੈ? ਕਿ ਬੰਦਾ ਆਪਣਾ ਕੰਮ ਧੰਦਾ ਕਰਨਾ ਬੰਦ ਕਰ ਦਿੰਦਾ ਹੈ? ਨਹੀਂ ਕਰਦਾ, ਕਿਉਂਕਿ ਉਸ ਨੂੰ ਪਤਾ ਹੈ ਕਿ ਮੈਂ ਮਿਹਨਤ ਕਰਦਾ ਰਹੂੰਗਾ, ਆਪਣਾ ਕਾਰੋਬਾਰ ਕਰਦਾ ਰਹੂੰਗਾ ਤਾਂ ਇਹ ਦੌਲਤ ਮਿਲ ਹੀ ਜਾਵੇਗੀ, ਇਹ ਚੀਜ਼ਾਂ ਮਿਲੀ ਜਾਣਗੀਆਂ ਮੈਨੂੰ। ਮੈਂ ਮਿਹਨਤ ਕਰਦਾ ਰਹਾਂਗਾ ਤਾਂ ਉੱਚਾ ਰੁਤਬਾ ਮੈਨੂੰ ਮਿਲੀ ਜਾਵੇਗਾ। ਪਰ ਭਗਤੀ ਦੇ ਸੰਬੰਧ ਵਿੱਚ, ਸਿਮਰਨ ਸਾਧਨਾ ਦੇ ਸੰਬੰਧ ਵਿੱਚ ਲੋਕ ਕਹਿੰਦੇ ਜੀ ਇਹ ਤਾਂ ਕਿਸੇ ਵਿਰਲੇ ਨੂੰ ਮਿਲਦੀ ਹੈ, ਛੱਡੋ ਪਰਾਂ, ਸਾਨੂੰ ਥੋੜੀ ਮਿਲਣੀ। ਇਸ ਸੰਬੰਧ ਵਿੱਚ ਲੋਕ ਪਿੱਛੇ ਹਟ ਜਾਂਦੇ ਨੇ। ਬੜੀ ਅਜੀਬ ਜਿਹੀ ਸੋਚ ਹੈ ਬੰਦੇ ਦੀ ਕਿ ਇੱਕ ਚੀਜ਼ ਨੂੰ ਹਾਸਲ ਕਰਨ ਦਾ ਉਹਦਾ ਵੱਖਰਾ ਢੰਗ ਹੈ, ਉਹਦੇ ਲਈ ਉਹ ਲੱਗਾ ਰਹਿੰਦਾ, ਪਰ ਦੂਸਰੀ ਚੀਜ਼ ਨੂੰ ਕਹਿੰਦਾ ਕਿ ਮੁਫਤ ਵਿੱਚ ਮਿਲ ਜਾਏ। ਲੋਕ ਮੁਫਤ ਵਿੱਚ ਚਾਹੁੰਦੇ ਨੇ। ਧਰਮ ਦੇ ਸੰਬੰਧ ਵਿੱਚ ਲੋਕ ਬਹੁਤ ਆਲਸੀ ਨੇ, ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਜੀ ਬਸ ਠੀਕ ਹੈ, ਕਿਰਪਾ ਹੋ ਜਾਵੇ। ਲੋਕ ਆ ਕੇ ਕਹਿੰਦੇ ਨੇ ਭਾਈ ਸਾਹਿਬ ਅਰਦਾਸ ਕਰ ਦਿਓ ਕਿ ਗੁਰੂ ਆਪਣੇ ਚਰਨਾਂ ਨਾਲ ਜੋੜ। ਆਪ ਨਹੀਂ ਕੁਝ ਜੁੜਨ ਦਾ ਆਹਰ ਕਰਨਾ, ਆਪਣੇ ਤਰਫੋਂ ਨਹੀਂ ਕੋਈ ਕੋਸ਼ਿਸ਼ ਕਰਨੀ, ਬਸ ਐਵੇਂ ਹੀ ਮਿਲ ਜਾਏ। ਲੋਕ ਮੁਫਤ ਵਿੱਚ ਚਾਹੁੰਦੇ ਨੇ। ਇਸੇ ਕਰਕੇ ਲੋਕ ਧਰਮ ਤੋਂ ਖਾਲੀ ਰਹਿ ਜਾਂਦੇ ਨੇ। ਬਾਕੀ ਸਭ ਚੀਜ਼ਾਂ ਲਈ ਉਹ ਮਿਹਨਤ ਕਰਦੇ ਨੇ। ਬੰਦੇ ਨੇ ਕਿੰਨੀ ਪੜ੍ਹਾਈ ਕੀਤੀ, ਉਹਨੇ ਆਪਣੀ ਜ਼ਿੰਦਗੀ ਦੇ ਕੋਈ 20 ਸਾਲ ਸਟੱਡੀ ਕਰਨ ਦੇ ਉੱਤੇ ਲਾਏ। ਨਰਸਰੀ LKG ਤੋਂ ਲੈ ਕੇ BA MA PhD ਤੱਕ ਪੜ੍ਹਦਿਆਂ ਕੱਢਦਿਆਂ, ਪੜ੍ਹਾਈ ਕਰਦਿਆਂ ਬੰਦੇ ਨੂੰ ਅੱਜ ਦੇ ਸਮੇਂ ਵਿੱਚ ਦੇਖੀਏ ਤਾਂ 30-32 ਸਾਲ ਤੱਕ ਬੰਦਾ ਪੜ੍ਹਨ ਦੇ ਵਿੱਚ ਹੀ ਗੁਜ਼ਾਰ ਦਿੰਦਾ ਆਪਣਾ। ਇੰਨੀ ਉਮਰ ਜੇ ਉਹਨੇ MA ਕਰਨੀ ਹੈ, ਫਿਰ MPhil ਕਰੂਗਾ, ਫਿਰ PhD ਕਰੂਗਾ, ਡਿਗਰੀਆਂ ਹਾਸਲ ਕਰੂਗਾ, 30 ਸਾਲ ਤੱਕ ਕਿਤੇ ਨਹੀਂ ਗਏ। 30 ਸਾਲ ਦੀ ਉਮਰ ਤੱਕ ਉਹਨੂੰ ਪੜ੍ਹਨਾ ਹੀ ਪੈਂਦਾ ਹੈ। 4-5 ਸਾਲ ਦੀ ਉਮਰ ਤੋਂ ਲੈ ਕੇ ਉਹ 30 ਸਾਲ ਤੱਕ ਪੜ੍ਹਾਈ ਕਰਦਾ ਹੈ, ਫਿਰ ਜਾ ਕੇ ਕਿਤੇ ਨੌਕਰੀ ਤੇ ਲੱਗਦਾ ਹੈ, ਫਿਰ ਜਾ ਕੇ ਕੋਈ ਉਸ ਨੂੰ ਰੁਤਬਾ ਹਾਸਲ ਹੁੰਦਾ ਹੈ। ਪਰ ਧਰਮ ਦੇ ਮਾਮਲੇ ਵਿੱਚ ਲੋਕ ਚਾਹੁੰਦੇ ਨੇ ਕਿ ਬਸ ਹੁਣ ਗੁਰਦੁਆਰੇ ਗਏ, ਮੱਥਾ ਟੇਕਿਆ ਤੇ ਜਦੋਂ ਵਾਪਸ ਮੁੜੀਏ ਤਾਂ ਲੈ ਕੇ ਮੁੜੀਏ, ਖਾਲੀ ਨਾ ਜਾਈਏ।
ਇੱਥੇ ਲੋਕ 2-4 ਮਿੰਟ ਵਿੱਚ ਹਾਸਲ ਕਰ ਲੈਣਾ ਚਾਹੁੰਦੇ ਨੇ, ਤੇ ਦੁਨਿਆਵੀ ਚੀਜ਼ ਹਾਸਲ ਕਰਨ ਲਈ 30 ਸਾਲ ਸਟੱਡੀ ਕਰਦੇ ਰਹੇ, ਪੜ੍ਹਾਈ ਕਰਦੇ ਰਹੇ। ਇਹਨੂੰ ਹੁਸ਼ਿਆਰੀ ਕਹੀਏ ਜਾਂ ਚਲਾਕੀ? ਚਲਾਕੀ ਹੀ ਹੈ। ਬੰਦਾ ਚਲਾਕੀ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਬਿਨਾਂ ਮਿਹਨਤ ਤੋਂ ਮਿਲ ਜਾਏ। ਇੰਜ ਨਹੀਂ ਮਿਲਦਾ ਭਾਈ, ਇੰਜ ਨਹੀਂ ਹਾਸਲ ਹੁੰਦਾ। ਹਾਂ, ਉਹਦੀ ਕਿਰਪਾ ਹੁੰਦੀ ਹੈ, ਉਹਦੀ ਰਹਿਮਤ ਨਾਲ ਇੱਕ ਪਲ ਵਿੱਚ ਮਿਲ ਜਾਂਦਾ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਹਦੀ ਰਹਿਮਤ ਨਾਲ ਹੁਣੇ ਹੀ ਹਾਸਲ ਹੋ ਜਾਣਾ ਸਾਰਾ ਕੁਝ, ਪਰ ਆਪਣੇ ਤਰਫੋਂ ਯਤਨ ਤਾਂ ਕਰਨਾ ਹੀ ਪੈਣਾ ਹੈ। ਆਪਣੇ ਤਰਫੋਂ ਉਹਦੇ ਦਰ ਤੇ ਚੱਲ ਕੇ ਤਾਂ ਆਉਣਾ ਹੀ ਪੈਣਾ ਹੈ। ਆਪਣੇ ਤਰਫੋਂ ਉਹਦੇ ਦਰ ਤੇ ਆ ਕੇ ਹੱਥ ਜੋੜ ਕੇ ਅਰਦਾਸ ਤਾਂ ਕਰਨੀ ਹੋਈ ਪੈਣੀ ਹੈ। ਲੋਕ ਤਾਂ ਐਸੇ ਵੀ ਨੇ, ਉਹ ਕਹਿੰਦੇ ਜੀ ਸਾਡੀ ਅਰਦਾਸ ਵੀ ਤੁਸੀਂ ਕਰ ਦਿਓ। ਲੋਕ ਇੰਨਾ ਕੁ ਕੰਮ ਕਰਨ ਵਾਸਤੇ ਵੀ ਤਿਆਰ ਨਹੀਂ ਹੈ। ਕਹਿੰਦੇ ਜੀ ਤੁਸੀਂ ਕਰ ਦਿਓ। ਕਈ ਵਾਰੀ ਲੋਕ ਐਸਾ ਆਉਂਦੇ ਨੇ, ਉਹਨਾਂ ਨੂੰ ਕਹੋ ਕਿ ਜੀ ਸਵੇਰੇ ਅਰਦਾਸ ਵਿੱਚ ਸ਼ਾਮਲ ਹੋ ਜਾਓ, ਉਹ ਕਹਿੰਦੇ ਜੀ ਭਾਈ ਸਾਹਿਬ ਤੁਸੀਂ ਕਰ ਦਿਓ, ਸਾਡਾ ਟਾਈਮ ਨਹੀਂ ਹੈ। ਤੇ ਫਿਰ ਤੁਸੀਂ ਦੇਖੋ ਕਿ ਇਹੋ ਜਿਹੇ ਬੰਦੇ ਨੂੰ ਕੀ ਹਾਸਲ ਹੋਏਗਾ? ਕੁਛ ਵੀ ਨਹੀਂ। ਐਸੇ ਬਹੁਤ ਸਾਰੇ ਲੋਕ ਨੇ। ਸਤਿਗੁਰੂ ਕਹਿੰਦੇ ਇੰਜ ਨਹੀਂ, ਮਿਲ ਜਾਂਦਾ ਹੈ ਸਭ ਕੁਝ ਉਹਦੇ ਦਰੋਂ, ਪਰ ਜੁੜਨਾ ਪੈਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਕਿਸੇ ਵਿਰਲੇ ਨੂੰ ਮਿਲਦੀ, ਸਭ ਨੂੰ ਨਹੀਂ ਮਿਲਦੀ। ਚੀਜ਼ਾਂ ਸਭ ਨੂੰ ਮਿਲ ਜਾਂਦੀਆਂ, ਘਰ-ਬਾਰ ਸਭ ਨੂੰ ਮਿਲ ਜਾਂਦਾ, ਪੈਸਾ ਸਭ ਨੂੰ ਮਿਲ ਜਾਂਦਾ। ਸੰਸਾਰ ਦੀਆਂ ਚੀਜ਼ਾਂ ਦੇਰ ਸਵੇਰ ਥੋੜੀਆਂ ਬਹੁਤ ਸਭ ਨੂੰ ਹਾਸਲ ਹੋ ਹੀ ਜਾਂਦੀਆਂ, ਪਰ ਭਗਤੀ ਸਭ ਨੂੰ ਹਾਸਲ ਨਹੀਂ ਹੁੰਦੀ। ਇਹ ਕਿਸੇ ਵਿਰਲੇ ਨੂੰ ਹਾਸਲ ਹੁੰਦੀ ਹੈ, ਗੁਰਮੁਖ ਨੂੰ ਹਾਸਲ ਹੁੰਦੀ, ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ। ਗੁਰਮੁਖ ਪਾਈ ਕਿਨ ਵਿਰਲੇ ਜਨਤਾ, ਸੋ ਕਰਨੀ ਕਾਮਣ ਗੁਰਮਿਲ ਹਮ ਪਾਈ। ਸਤਿਗੁਰੂ ਕਹਿੰਦੇ ਚੰਗੀ ਕਰਨੀ ਰੂਪੀ ਕਾਮਣ ਮੈਂ ਗੁਰੂ ਦੇ ਕੋਲੋਂ ਹਾਸਲ ਕਰ ਲਈ। ਜੱਜ ਕਾਜ ਪਰਥਾਏ ਸੁਹਾਈ, ਜਿਸਨੇ ਸਾਰੇ ਕਾਰਜ ਸਵਾਰ ਦਿੱਤੇ ਰਹਾਉ। ਜਿਚਰ ਵਸੀ ਪਿਤਾ ਕੈ ਸਾਥ, ਜਦੋਂ ਤੱਕ ਇਹ ਭਗਤੀ ਪਿਤਾ ਦੇ ਨਾਲ ਵਸਦੀ ਆ। ਭਗਤੀ ਨੂੰ ਇੱਥੇ ਇਸਤਰੀ ਕਿਹਾ। ਸਤਿਗੁਰੂ ਕਹਿੰਦੇ ਇਹ ਭਗਤੀ ਜਦੋਂ ਆਪਣੇ ਪਤੀ ਦੇ ਪਿਤਾ ਦੇ ਘਰ ਵਸਦੀ ਹੈ। ਪਿਤਾ ਕੌਣ ਹੈ? ਗੁਰੂ। ਜਦੋਂ ਤੱਕ, ਕਿਉਂਕਿ ਭਗਤੀ ਅਸੀਂ ਕਿਹਦੇ ਕੋਲੋਂ ਮੰਗਦੇ ਹਾਂ? ਗੁਰੂ ਕੋਲੋਂ। ਅਸੀਂ ਰਿਸ਼ਤਾ ਲੈਣ ਜਾਂਦੇ ਹਾਂ, ਮੰਗਣ ਜਾਂਦੇ ਹਾਂ, ਆਪਣੇ ਪੁੱਤ ਵਾਸਤੇ ਰਿਸ਼ਤਾ ਮੰਗਣ ਜਾਂਦੇ ਹਾਂ, ਤਾਂ ਉਹ ਲੜਕੀ ਆਪਣੇ ਪਿਤਾ ਦੇ ਘਰ ਵਸਦੀ, ਉਹਨਾਂ ਦੀ ਅਸੀਂ ਮਿੰਨਤ ਕਰਦੇ ਹਾਂ ਕਿ ਸਾਨੂੰ ਆਪਣੀ ਧੀ ਦਾ ਰਿਸ਼ਤਾ ਦੇ ਦਿਓ। ਸਤਿਗੁਰੂ ਕਹਿੰਦੇ ਜਦੋਂ ਤੱਕ ਇਹ ਇਸਤਰੀ, ਇਹ ਭਗਤੀ ਰੂਪੀ ਇਸਤਰੀ ਆਪਣੇ ਪਿਤਾ ਦੇ ਘਰ, ਗੁਰੂ ਦੇ ਘਰ ਵਸਦੀ ਹੈ, ਤਿੱਚਰ ਕੰਤ ਬਹੁ ਫਿਰੈ ਉਦਾਸ, ਤਦੋਂ ਤੱਕ, ਜਦੋਂ ਤੱਕ ਇਹ ਭਗਤੀ ਗੁਰੂ ਦੇ ਘਰ ਵਸਦੀ ਹੈ, ਆਪਣੇ ਪਿਤਾ ਦੇ ਘਰ, ਉਦੋਂ ਤੱਕ ਇਹ ਮਨ ਰੂਪੀ ਕੰਤ, ਮਨ ਰੂਪੀ ਪਤੀ, ਇਹ ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਮਨ ਇੱਧਰ ਉੱਧਰ ਖੱਜਲ ਹੁੰਦਾ ਰਹਿੰਦਾ, ਕਦੇ ਕਿਤੇ ਕਦੇ ਕਿਤੇ। ਮਨ ਉਦਾਸ ਫਿਰਦਾ, ਮਨ ਕਦੇ ਕਿਸੇ ਦੇ ਰੂਪ ਨੂੰ ਤੱਕਦਾ, ਕਦੇ ਕਿਸੇ ਨੂੰ, ਕਦੇ ਮਾਇਆ ਤੱਕਦਾ, ਕਦੇ ਕੁਝ ਤੱਕਦਾ, ਕਦੇ ਕੁਝ। ਪਰ ਜਿਸ ਦਿਨ ਉਹ ਭਗਤੀ ਰੂਪੀ ਨਾਰ ਬੰਦੇ ਦੇ ਹਿਰਦੇ ਰੂਪੀ ਘਰ ਵਿੱਚ ਆ ਜਾਂਦੀ ਹੈ, ਤਦੋਂ ਮਨ ਦੀ ਭਟਕਣਾ ਮਿਟ ਜਾਂਦੀ। ਫਿਰ ਮਨ ਇੱਧਰ ਉੱਧਰ ਨਹੀਂ ਦੌੜਦਾ, ਫਿਰ ਨਹੀਂ ਮਨ ਭਟਕਦਾ। ਸਤਿਗੁਰੂ ਕਹਿੰਦੇ ਕਰ ਸੇਵਾ ਸਤਿਪੁਰਖ ਮਨਾਇਆ, ਮੈਂ ਸੇਵਾ ਕਰਕੇ ਗੁਰੂ ਨੂੰ ਮਨਾ ਲਿਆ। ਕਿਉਂਕਿ ਗੁਰੂ ਕੋਲੋਂ ਮਿਲਣੀ ਭਗਤੀ, ਮੈਂ ਗੁਰੂ ਦੀ ਮਿੰਨਤ ਕਰ ਲਈ, ਗੁਰੂ ਦਾ ਤਰਲਾ ਕਰ ਲਿਆ ਕਿ ਕਿਰਪਾ ਕਰਕੇ ਮੈਨੂੰ ਭਗਤੀ ਦੇ ਦੇ, ਕਿਉਂਕਿ ਇਹ ਮੈਨੂੰ ਮਿਲ ਜਾਏਗੀ ਤਾਂ ਇਹ ਮੇਰਾ ਮਨ ਮਾਇਆ ਵੱਲ ਭਟਕਣੋਂ ਹਟ ਜਾਏਗਾ, ਇਹ ਤੇਰੇ ਚਰਨਾਂ ਨਾਲ ਜੁੜ ਜਾਏਗਾ। ਕਰ ਕਿਰਪਾ ਕਰ ਸੇਵਾ ਸਤਿਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਵ ਸੁਖ ਪਾਇਆ। ਗੁਰੂ ਨੇ ਕਿਰਪਾ ਕੀਤੀ, ਇਸ ਭਗਤੀ ਨੂੰ ਮੈਂ ਘਰ ਲੈ ਆਂਦਾ, ਗੁਰੂ ਨੇ ਮੇਰੇ ਘਰ ਵਿੱਚ ਵਸਾ ਦਿੱਤਾ। ਐਸਾ ਹੀ ਹੁੰਦਾ ਨਾ ਕਿ ਪਿਤਾ ਲੜ ਫੜਾਉਂਦਾ ਧੀ ਨੂੰ ਕਿ ਹੁਣ ਤੂੰ ਇਹਦੇ ਘਰ ਵਸਣਾ ਹੈ।
गुरु ने कृपा करके भगती मेरे घर वसा दी। उन्हें बंदगी, उन्हें सिमरन मेरे घर वसा दिता, उन्हें भगती वसा दी मेरे घर। गुर आणी घर में, गुरु ने घर विच ले आंदी, सर्व सुख पाया। जदों भगती मेरे घर विच, मेरे हिरदे विच वस गई, तदों सुख प्राप्त होया, तदों सारे सुख मिल गए, सर्व सुख, सारे सुख हासिल हो गए। 32 सुलखणी सच संतत पूत। सतगुरु कहते इस भगती दे लक्षण देखो। लोग देखते ना कि लड़की दे गुण किन्ने ने, सतगुरु कहते इस भगती दे 32 लक्षण ने, 32 सुलखणी, कि बड़े गुण ने ਇਹਦੇ बहुत गुण ने, गुणां नाल भरपूर है भगती। तुसीं एक बारी इस नूं अपने घर विच वसा के तां देखो। जदों तक इनू अपने हिरदे घर विच नहीं वसाओगे, उदों तक पता नहीं चलना इहदे गुणां दा। इसलिए गुरु दे दर तो भगती नूं लैके जाओ अपने घर। चीज़ां तां असीं रोज़ मंगदे आं गुरु कोलों, दौलत शौहरत धीआं पुੱਤ तां असीं मंग लए ने, हुण जरा भगती मंग लवो, हुण अपना घर वसा लवो। अपना बाहरला घर वसा लिया, इट्टां सीमेंट का घर बनया होया वो वसा लिया तुसीं, वो बस गया वधिया, जो कुछ होना सी वो हो गया। हुण अपना हिरदा रूपी घर वसा लवो, भगती रूपी नार नूं गुरु दे दरों लै जाओ ते सुख भोगो जिंदगी का जिन्ना कुछ समा बाकी है। सतगुरु कहंदे इहदे बड़े सुलक्षण ने, बड़े शुद्ध लक्षण ने इहदे। ते जदों भगती दे घर पुੱਤ ਦਾ जन्म हुंदा है, किहड़ा पुੱਤਰ जन्मदा है भगती दे घर? सतगुरु कहंदे सच संतत पूत, सच दा जन्म हुंदा है भगती राही। जदों असीं भगती करदे आ, हिरदे विच ओहदी भगती वसा लैंदे आ, तदों सतगुरु कहंदे सच प्रगट हुंदा है साडे अंदर, सच दा जन्म हुंदा। आग्याकारी सुगड़ स्वरूप, ते सच ते चलण वाला बंदा आग्याकारी हुंदा है। आग्या विच चलण वाला पुੱਤ पैदा होया, आग्या विच चलण वाला। सुगड़ बड़ी सुंदर घाड़त वाला स्वरूप, जिहदा बहुत सुंदर स्वरूप है। इच्छ पूरे मन कंत स्वामी, मेरे कंत उस वाहिगुरु ने सारियां इच्छा पूरियां कर दित्तियां, उन्हें इच्छा पूरी कर दी। सगल संतोखी देर जठानी, ते हुण संतोख नाल भर गया मैं। आ देर जठानी हुण ये भी चुपचाप टिक गए। हुण ये आसा ते तृष्णा, ये जड़ियां ये देर दराणी जठानी तंग करदियां रहिंदियां सी ना, आसा ते तृष्णा तंग करदी। कल भी आपां इसी गल विचारी, आसा ते तृष्णा दी, देर ते जठानी दी, दराणी जठानी दी। सतगुरु कहंदे दराणी जठानी की है? आसा ते तृष्णा, माया दी आस ते माया दी तृष्णा, होर मिल जाए, होर मिल जाए, होर मिल जाए, ये तृष्णा। हुण ये दोने टिक्के बह गईयां, क्यों? क्योंकि संतोख आ गया, हुण सबर आ गया। सतगुरु कहंदे सगल संतोखी देर जेठानी, सब परिवार है माहे श्रेष्ठ। ये जिहड़ी मेरी भगती रूपी इस्त्री है ना, ये सारे परिवार दे विचों श्रेष्ठ है। सारे परिवार विचों, भाव सारे गुणां विचों, जिन्ने गुण ने ना चंगे गुण, उन्हां सारे गुणां विचों भगती सर्वोत्तम है। परिवार है, सब परिवार है मां है श्रेष्ठ, मती देवी देवर ज्येष्ठ। सतगुरु कहंदे ये दिओर जेठ, ये सब इन्हां सारियां नालों उत्तम, सारियां तो सारे। हुण ये उन्हां नूं भी मत दिंदी है, वो भी इहदे तो पुछ के चलदे ने। आसा तृष्णा, आ मन, आ जेठ रूपी जिहड़ा धर्मराज है, वो भी इहदे तो पुछ के चलदा है। उन्हां नूं भी मत देण वाली हो गई है मेरी भगती।
ਮਤੀ ਦੇਵੀ ਦੇਵਰ ਜੇਸ਼ਟ ਧਨ ਸੋ ਗ੍ਰੇ ਜਿਤ ਪ੍ਰਗਟੀ ਆਏ। ਉਹ ਘਰ ਧਨ ਹੈ ਜਿਸ ਘਰ ਦੇ ਵਿੱਚ ਭਗਤੀ ਪ੍ਰਗਟ ਹੋ ਗਈ। ਉਹ ਹਿਰਦਾ ਧਨ ਹੈ ਜਿੱਥੇ ਭਗਤੀ ਪ੍ਰਗਟ ਹੋਈ ਹੈ। ਨਾ ਜਨ ਨਾਨਕ ਸੁਖੇ ਸੁਖ ਵਿਹਾਏ। ਜਿਨ੍ਹਾਂ ਦੇ ਘਰ ਵਿੱਚ ਭਗਤੀ ਆ ਜਾਂਦੀ ਹੈ, ਸਤਿਗੁਰੂ ਕਹਿੰਦੇ ਉਹਨਾਂ ਦੀ ਜ਼ਿੰਦਗੀ ਸੁੱਖ ਦੇ ਵਿੱਚ ਬਤੀਤ ਹੁੰਦੀ ਹੈ। ਉਹਨਾਂ ਦੇ ਘਰ ਵਿੱਚ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ ਜਿੱਥੇ ਭਗਤੀ ਆ ਗਈ। ਇਸ ਲਈ ਚੀਜ਼ਾਂ ਘਰ ਵਿੱਚ ਸਾਡੇ ਭਾਵੇਂ ਥੋੜੀਆਂ ਹੋਣ ਤਾਂ ਗੁਜ਼ਾਰਾ ਹੋ ਜਾਏਗਾ, ਪਰ ਜੇ ਸਾਡੇ ਘਰ ਵਿੱਚ ਵਾਹਿਗੁਰੂ ਦੀ ਭਗਤੀ ਨਾ ਹੋਵੇ ਤਾਂ ਗੁਜ਼ਾਰਾ ਨਹੀਂ ਹੋਣਾ, ਤਾਂ ਸੁੱਖ ਨਹੀਂ ਆਉਣਾ। ਸੁੱਖ ਉਹਦੀ ਭਗਤੀ ਨਾਲ ਹੀ ਆਉਣਾ, ਸੁੱਖ ਉਹਦੀ ਬੰਦਗੀ ਨਾਲ ਹੀ ਆਉਣਾ। ਇਸ ਲਈ ਸਤਿਗੁਰੂ ਕਹਿੰਦੇ ਜਿਨ੍ਹਾਂ ਘਰਾਂ ਦੇ ਵਿੱਚ ਉਸ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ, ਉਹ ਘਰ ਤੇ ਮੈਨੂੰ ਇੰਜ ਜਾਪਦਾ ਹੈ ਕਿ ਜਿਵੇਂ ਉਹ ਭੂਤਾਂ ਦੇ ਰਹਿਣ ਦੀ ਥਾਂ ਹੋਵੇ। ਗੁਰਬਾਣੀ ਦਾ ਇਹ ਸ਼ਬਦ ਹੈ ਕਬੀਰ ਸਾਹਿਬ ਦਾ। ਸਤਿਗੁਰੂ ਕਹਿੰਦੇ ਭੂਤ ਵਸੈ ਤੇਹ ਠਾਏ। ਉੱਥੇ ਭੂਤ ਵਸਦੇ ਨੇ, ਉੱਥੇ ਬੰਦੇ ਨਹੀਂ ਰਹਿੰਦੇ, ਉੱਥੇ ਭੂਤ ਜਿੰਨ ਭੂਤ ਵਸਦੇ ਨੇ ਜਿੱਥੇ ਭਾਈ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ। ਇੱਕ ਹੋਰ ਬਚਨ ਹੈ ਸਤਿਗੁਰੂ ਦਾ। ਸਤਿਗੁਰੂ ਕਹਿੰਦੇ ਜਿਹਨੂੰ ਲੋਕ ਉਜਾੜ ਕਹਿਣ, ਰੜਾ ਮੈਦਾਨ ਕਹਿਣ, ਜੇ ਉੱਥੇ ਵੀ ਬੈਠ ਕੇ ਕੋਈ ਬੰਦਾ ਰੱਬ ਦੀ ਬੰਦਗੀ ਕਰੇ ਤਾਂ ਉਹ ਵੀ ਥਾਂ ਪਵਿੱਤਰ ਹੋ ਜਾਂਦੀ ਹੈ। ਸੇ ਅਸਥਲ ਸੋਇਨ ਚੌਬਾਰੇ। ਸਤਿਗੁਰੂ ਕਹਿੰਦੇ ਜਿੱਥੇ ਨਾਮ ਜਪੀਐ ਰੱਬ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀ। ਸਤਿਗੁਰੂ ਕਹਿੰਦੇ ਉਹ ਨਗਰ ਉਜਾੜ ਹੈ, ਉਹ ਘਰ ਉਜਾੜ ਹੈ ਜਿੱਥੇ ਉਸ ਵਾਹਿਗੁਰੂ ਦੀ ਬੰਦਗੀ ਨਹੀਂ ਹੁੰਦੀ, ਉਹਦੀ ਭਗਤੀ ਨਹੀਂ ਹੁੰਦੀ। ਇਸ ਲਈ ਗੁਰੂ ਦੇ ਕੋਲੋਂ ਉਹਦੀ ਭਗਤੀ ਦੀ ਦਾਤ ਲੈਣਾ, ਕਿ ਗੁਰੂ ਕਿਰਪਾ ਕਰਕੇ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਆਪਣੀ ਭਗਤੀ ਦੀ ਦਾਤ ਦੇਵੇ, ਤਾਂ ਹੀ ਸਾਡਾ ਜੀਵਨ ਸਵਰੇਗਾ, ਤਾਂ ਹੀ ਸਾਡੇ ਘਰ ਵਿੱਚ ਸੁੱਖ ਆਏਗਾ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।